ਪ੍ਰਭੂ ਯਿਸੂ ਮਸੀਹ ਜੀ ਦੇ ਮਹਾਨ ਅਤੇ ਪ੍ਰੇਮੀ ਨਾਮ ਵਿੱਚ ਸਾਰੇ ਦਰਸ਼ਕਾਂ ਨੂੰ ਜੈ ਮਸੀਹ ਦੀ। ਦਿਸ਼ਾ ਪਰਿਵਰਤਨ ਦੇ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਭਨਾਂ ਦਾ ਬਹੁਤ-ਬਹੁਤ ਸਵਾਗਤ ਹੈ। ਅਸੀਂ ਵਿਸ਼ਵਾਸ ਕਰਦੇ ਹਾਂ ਕਿ ਤੁਸੀਂ ਸਾਰੇ ਮਸੀਹ ਯਿਸੂ ਜੀ ਦੇ ਵਿੱਚ ਆਪਣੇ ਪਰਿਵਾਰਾਂ ਦੇ ਨਾਲ ਖੁਸ਼ ਹੋਵੋਗੇ ਅਤੇ ਪਰਮੇਸ਼ਰ ਦੇ ਵਚਨ ਦਾ ਆਨੰਦ ਮਾਣ ਰਹੇ ਹੋਵੋਗੇ। ਅਸੀਂ ਪਿਤਾ ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ ਕਿ ਉਹਨੇ ਸਾਨੂੰ ਇੱਕ ਹੋਰ ਮੌਕਾ ਬਖਸ਼ਿਆ ਕਿ ਅਸੀਂ ਉਹਦੇ ਵਚਨ ਨੂੰ ਲੈ ਕੇ ਤੁਹਾਡੇ ਸਾਹਮਣੇ ਰੂਬਰੂ ਹੋਈਏ। ਦੋਸਤੋ, ਆਪਣੇ ਪਿਛਲੇ ਪ੍ਰੋਗਰਾਮ ਦੇ ਵਿੱਚ ਅਸੀਂ ਅਮਲੀ ਜਾਂਚ ਦੇ ਬਾਰੇ ਸਿੱਖ ਰਹੇ ਸੀ। ਅਸੀਂ ਫਲ ਦੇਣ ਦੇ ਅਰਥ ਬਾਰੇ ਜਾਣਿਆ ਅਤੇ ਫਿਰ ਅਸੀਂ ਫਲ ਦੇਣ ਦੇ ਮਹੱਤਵ ਬਾਰੇ ਜਾਣਿਆ। ਅਸੀਂ ਸਿੱਖਿਆ ਕਿ ਫਲ ਲਿਆਉਣਾ ਸਾਡੇ ਚਰਿੱਤਰ ਬਾਰੇ ਦੱਸਦਾ ਹੈ ਕਿ ਅਸੀਂ ਕੌਣ ਹਾਂ। ਦੋਸਤੋ, ਅਸੀਂ ਜਾਣਿਆ ਕਿ ਸਾਡੇ ਚੰਗੇ ਕੰਮ ਸਾਨੂੰ ਮੁਕਤੀ ਨਹੀਂ ਦੇ ਸਕਦੇ। ਜਦੋਂ ਅਸੀਂ ਪ੍ਰਭੂ ਯਿਸੂ ਮਸੀਹ ਜੀ ਦੇ ਕੋਲ ਆਏ ਤਾਂ ਸਾਨੂੰ ਮੁਕਤੀ ਮਿਲ ਗਈ ਸੀ। ਹੁਣ ਸਾਨੂੰ ਭਲੇ ਕੰਮ ਇਸ ਲਈ ਨਹੀਂ ਕਰਨੇ ਚਾਹੀਦੇ ਕਿਉਂਕਿ ਇਸ ਤੋਂ ਮੁਕਤੀ ਮਿਲਦੀ ਹੈ, ਬਲਕਿ ਇਸ ਲਈ ਕਰਨੇ ਚਾਹੀਦੇ ਆ ਕਿਉਂਕਿ ਇਸ ਤੋਂ ਪਰਮੇਸ਼ਰ ਨੂੰ ਮਹਿਮਾ ਮਿਲਦੀ ਹੈ। ਅੱਜ ਅਸੀਂ ਇੱਕ ਹੋਰ ਨਵੇਂ ਵਿਸ਼ੇ ਦੇ ਉੱਤੇ ਆਪਣੇ ਬਾਈਬਲ ਅਧਿਐਨ ਨੂੰ ਸ਼ੁਰੂ ਕਰਨ ਜਾ ਰਹੇ ਹਾਂ। ਇਸ ਦੇ ਲਈ ਅਸੀਂ ਬਾਈਬਲ ਬਾਣੀ ਦੇ ਵਿੱਚੋਂ ਮੱਤੀ ਦੀ ਇੰਜੀਲ ਦੇ 7 ਅਧਿਆਇ ਦੀ 21 ਆਇਤ ਤੋਂ ਲੈ ਕੇ 23 ਆਇਤਾਂ ਤੱਕ ਦੇ ਵਚਨਾਂ ਦੇ ਉੱਤੇ ਗੌਰ ਕਰਨਾ ਹੈ। ਇਹ ਅਧਿਐਨ ਸਵਰਗ ਦੇ ਰਾਜ ਦੇ ਅੰਦਰ ਦਾਖਲ ਹੋਣ ਨਾਲ ਸੰਬੰਧਿਤ ਹੈ। ਇਸ ਅਧਿਐਨ ਦੇ ਅੰਦਰ ਅਸੀਂ ਸਵਰਗ ਦੇ ਰਾਜ ਨੂੰ ਅਸਲ ਦੇ ਵਿੱਚ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਇਹ ਕੀ ਹੈ ਅਤੇ ਇਸ ਦੇ ਵਿੱਚ ਕਿਸ ਤਰ੍ਹਾਂ ਪ੍ਰਵੇਸ਼ ਕੀਤਾ ਜਾ ਸਕਦਾ ਹੈ। ਅਸੀਂ ਸਿੱਖਾਂਗੇ ਕਿ ਸਵਰਗ ਦੇ ਰਾਜ ਦੇ ਵਿੱਚ ਦਾਖਲ ਹੋਣ ਦੇ ਲਈ ਪਰਮੇਸ਼ਰ ਸਾਡੇ ਤੋਂ ਕੀ ਮੰਗ ਕਰਦਾ। ਇਸ ਵਿਸ਼ੇ ਦੀ ਰੂਪਰੇਖਾ ਇਸ ਪ੍ਰਕਾਰ ਹੋਏਗੀ। ਪਹਿਲਾ, ਸਵਰਗ ਦੇ ਰਾਜ ਵਿੱਚ ਦਾਖਲ ਹੋਣ ਦੇ ਲਈ ਧਾਰਮਿਕ ਨਿਸ਼ਚਾ ਤੋਂ ਵੀ ਜ਼ਿਆਦਾ ਜਾਣਨ ਦੀ ਲੋੜ ਹੈ। ਦੂਜਾ, ਸਵਰਗ ਰਾਜ ਦੇ ਵਿੱਚ ਦਾਖਲ ਹੋਣ ਦੇ ਲਈ ਪੈਦਾਵਾਰ ਤੋਂ ਵੀ ਜ਼ਿਆਦਾ ਪੈਦਾ ਕਰਨ ਦੀ ਲੋੜ ਹੈ। ਇਸ ਦੇ ਵਿੱਚ ਅਸੀਂ ਵੇਖਾਂਗੇ ਇੱਕ ਵਿਅਕਤੀ ਪਰਮੇਸ਼ਰ ਦੇ ਵਚਨ ਦੀ ਵਿਆਖਿਆ ਕਰ ਸਕਦਾ ਹੈ, ਪਰ ਫਿਰ ਵੀ ਉਹ ਗੁਆਚਿਆ ਹੋਇਆ ਹੋ ਸਕਦਾ ਹੈ। ਇੱਕ ਵਿਅਕਤੀ ਭੂਤ ਪ੍ਰੇਤ ਤਾਂ ਕੱਢ ਸਕਦਾ ਹੈ, ਪਰ ਆਪ ਗੁਆਚਿਆ ਹੋਇਆ ਹੋ ਸਕਦਾ ਹੈ। ਇੱਕ ਵਿਅਕਤੀ ਪਰਮੇਸ਼ਰ ਦੀ ਮਹਾਨ ਸ਼ਕਤੀ ਦਾ ਸਬੂਤ ਤਾਂ ਪੇਸ਼ ਕਰ ਸਕਦਾ ਹੈ, ਪਰ ਫਿਰ ਵੀ ਗੁਆਚਿਆ ਹੋਇਆ ਹੋ ਸਕਦਾ ਹੈ। ਸੋ ਦੋਸਤੋ, ਆਓ ਆਪਣੇ ਅੱਜ ਦੇ ਪ੍ਰੋਗਰਾਮ ਨੂੰ ਸ਼ੁਰੂ ਕਰੀਏ। ਪਰ ਇਸ ਤੋਂ ਪਹਿਲਾਂ ਆਓ ਆਪਣੇ ਮਨਾਂ ਨੂੰ ਪਰਮੇਸ਼ਰ ਦੇ ਵਚਨ ਦੇ ਸੁਣਨ ਦੇ ਲਈ ਤਿਆਰ ਕਰਦੇ ਹਾਂ। ਉਸ ਦੇ ਲਈ ਸੁਣਦੇ ਹਾਂ ਇਹ ਮਸੀਹੀ ਭਜਨ। ਪਵਿੱਤਰਤਾ ਵਿੱਚ ਸਿੱਧ ਹੋ ਕੇ ਰਹੋ, ਪਿਆਰੇ ਯਿਸੂ ਦੇ ਆਉਣ ਵਿੱਚ ਦੇਰ ਨਹੀਂ। ਪਵਿੱਤਰਤਾ ਵਿੱਚ ਸਿੱਧ ਹੋ ਕੇ ਰਹੋ, ਪਿਆਰੇ ਯਿਸੂ ਦੇ ਆਉਣ ਵਿੱਚ ਦੇਰ ਨਹੀਂ। ਉਸਦੇ ਵਾਅਦੇ ਸਾਰੇ ਪੂਰੇ ਹੋ ਰਹੇ ਨੇ, ਤਿਆਰ ਹੋ ਜਾ। ਉਸਦੇ ਵਾਅਦੇ ਸਾਰੇ ਪੂਰੇ ਹੋ ਰਹੇ ਨੇ, ਤਿਆਰ ਹੋ ਜਾ। ਪਵਿੱਤਰਤਾ ਵਿੱਚ ਸਿੱਧ ਹੋ ਕੇ ਰਹੋ, ਪਿਆਰੇ ਯਿਸੂ ਦੇ ਆਉਣ ਵਿੱਚ ਦੇਰ ਨਹੀਂ। ਪਵਿੱਤਰਤਾ ਵਿੱਚ ਸਿੱਧ ਹੋ ਕੇ ਰਹੋ, ਪਿਆਰੇ ਯਿਸੂ ਦੇ ਆਉਣ ਵਿੱਚ ਦੇਰ ਨਹੀਂ। ਲੜਾਈਆਂ ਅਕਾਲ ਤੇ ਭੂਚਾਲ ਨਾਲ ਕਈ ਬਿਮਾਰੀਆਂ ਨਾਲ ਨਾਸ਼ ਹੋ ਰਹੇ ਨੇ। ਲੜਾਈਆਂ ਅਕਾਲ ਤੇ ਭੂਚਾਲ ਨਾਲ ਕਈ ਬਿਮਾਰੀਆਂ ਨਾਲ ਨਾਸ਼ ਹੋ ਰਹੇ ਨੇ। ਰਾਜੇ ਰਾਜਿਆਂ ਦੇ ਵਿਰੁੱਧ ਖੜੇ ਹੋ ਰਹੇ ਨੇ, ਤਿਆਰ ਹੋ ਜਾ। ਰਾਜੇ ਰਾਜਿਆਂ ਦੇ ਵਿਰੁੱਧ ਖੜੇ ਹੋ ਰਹੇ ਨੇ, ਤਿਆਰ ਹੋ ਜਾ। ਪਵਿੱਤਰਤਾ ਵਿੱਚ ਸਿੱਧ ਹੋ ਕੇ ਰਹੋ, ਪਿਆਰੇ ਯਿਸੂ ਦੇ ਆਉਣ ਵਿੱਚ ਦੇਰ ਨਹੀਂ। ਪਵਿੱਤਰਤਾ ਵਿੱਚ ਸਿੱਧ ਹੋ ਕੇ ਰਹੋ, ਪਿਆਰੇ ਯਿਸੂ ਦੇ ਆਉਣ ਵਿੱਚ ਦੇਰ ਨਹੀਂ।
ਸਰੋਤਾ ਦੋਸਤੋ, ਇਸ ਦਿਸ਼ਾ ਪ੍ਰਵਰਤਨ ਪ੍ਰੋਗਰਾਮ ਵਿੱਚ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ। ਅੱਜ ਦੇ ਵਚਨ ਦੀ ਰੂਪਰੇਖਾ ਇਸ ਤਰ੍ਹਾਂ ਹੈ। ਨੰਬਰ 1, ਸਵਰਗ ਰਾਜ ਵਿੱਚ ਬਣਨ ਲਈ ਧਾਰਮਿਕ ਨੇਚਾ ਤੋਂ ਵੀ ਜ਼ਿਆਦਾ ਜਾਣਨ ਦੀ ਜ਼ਰੂਰਤ ਹੈ। ਨੰਬਰ 2, ਸਵਰਗ ਰਾਜ ਵਿੱਚ ਬਣਨ ਲਈ ਪੈਦਾਵਾਰ ਤੋਂ ਵੀ ਜ਼ਿਆਦਾ ਪੈਦਾ ਕਰਨ ਦੀ ਜ਼ਰੂਰਤ ਹੈ। ਭਾਗ ਊੜਾ, ਇੱਕ ਵਿਅਕਤੀ ਪਰਮੇਸ਼ਰ ਦੇ ਵਚਨ ਦੀ ਵਿਆਖਿਆ ਕਰ ਸਕਦਾ ਹੈ, ਫਿਰ ਵੀ ਉਹ ਗਵਾਚਿਆ ਹੋਇਆ ਹੋ ਸਕਦਾ ਹੈ। ਭਾਗ ਐੜਾ, ਇੱਕ ਵਿਅਕਤੀ ਭੂਤ ਪ੍ਰੇਤ ਤੱਕ ਕੱਢ ਸਕਦਾ ਹੈ, ਪਰ ਆਪ ਗਵਾਚਿਆ ਹੋਇਆ ਹੋ ਸਕਦਾ ਹੈ। ਭਾਗ ਈੜੀ, ਇੱਕ ਵਿਅਕਤੀ ਇੱਕ ਮਹਾਨ ਸ਼ਕਤੀ ਦਾ ਸਬੂਤ ਦੇ ਸਕਦਾ ਹੈ, ਪਰ ਫਿਰ ਵੀ ਗਵਾਚਿਆ ਹੋਇਆ ਹੋ ਸਕਦਾ ਹੈ। ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ, ਪਹਾੜੀ ਉਪਦੇਸ਼ ਮੱਤੀ ਦੀ ਕਿਤਾਬ ਵਿੱਚ ਹੈ ਅਤੇ ਲੂਕਾ ਦੀ ਕਿਤਾਬ ਵਿੱਚ ਵੀ ਹੈ, ਪਰ ਅਸੀਂ ਮੱਤੀ ਵਿੱਚ ਹੀ ਵੇਖ ਰਹੇ ਹਾਂ ਅਤੇ ਅੱਜ ਅਸੀਂ ਸ਼ਾਸਤਰ ਦਾ ਇੱਕ ਭਾਗ ਖਤਮ ਕਰਨ ਜਾ ਰਹੇ ਹਾਂ, ਜੋ ਕਿ ਅਸਲ ਵਿੱਚ ਪ੍ਰਭੂ ਦੀ ਬੁਲਾਹਟ ਹੈ। ਅਸੀਂ ਪਰਮੇਸ਼ਰ ਦੇ ਵਚਨ ਦੇ ਬਾਰੇ ਗੱਲਬਾਤ ਕਰ ਰਹੇ ਹਾਂ, ਜੋ ਉਸਨੇ ਸਾਨੂੰ ਨੀਤੀ ਸ਼ਾਸਤਰ ਦੇ ਸੰਬੰਧ ਵਿੱਚ ਪ੍ਰਾਰਥਨਾ ਦੇ ਬਾਰੇ ਸਿਖਾਇਆ। ਇਹਨਾਂ ਵਚਨਾਂ ਨੂੰ ਪੜ੍ਹ ਕੇ ਸਪਸ਼ਟ ਹੋ ਜਾਂਦਾ ਹੈ ਕਿ ਉਸਨੇ ਸਾਡੇ ਜੀਵਨ ਵਿੱਚ ਪ੍ਰਾਰਥਨਾ ਨੂੰ ਸਭ ਤੋਂ ਉੱਚਾ ਸਤਰ ਲਈ ਅਪਣਾਉਣ ਦੀ ਆਵਾਜ਼ ਦਿੱਤੀ ਹੈ। ਅੱਜ ਅਸੀਂ ਮੱਤੀ ਅਧਿਆਇ 7 ਅਤੇ 21 ਵਚਨ ਤੋਂ ਲੈ ਕੇ 23 ਵਚਨਾਂ ਵਿੱਚ ਅਸੀਂ ਵੇਖਾਂਗੇ ਕਿ ਪਰਮੇਸ਼ਰ ਦਾ ਵਚਨ ਕੀ ਆਖਦਾ ਹੈ। ਨਾ ਹਰੇਕ ਜਿਹੜਾ ਮੈਨੂੰ ਪ੍ਰਭੂ ਪ੍ਰਭੂ ਕਹਿੰਦਾ ਹੈ ਸਵਰਗ ਦੇ ਰਾਜ ਵਿੱਚ ਵੜੇਗਾ, ਬਲਕਿ ਉਹੀ ਜਿਹੜਾ ਮੇਰੇ ਸਵਰਗੀ ਪਿਤਾ ਦੀ ਮਰਜ਼ੀ ਉੱਤੇ ਚੱਲਦਾ ਹੈ। ਉਸ ਦਿਨ ਅਨੇਕ ਮੈਨੂੰ ਆਖਣਗੇ, ਹੇ ਪ੍ਰਭੂ, ਕੀ ਅਸਾਂ ਤੇਰਾ ਨਾਮ ਲੈ ਕੇ ਅਗੰਮ-ਪਾਪ ਨਹੀਂ ਕੀਤੇ ਅਤੇ ਤੇਰਾ ਨਾਮ ਲੈ ਕੇ ਭੂਤਾਂ ਨੂੰ ਨਹੀਂ ਕੱਢਿਆ ਅਤੇ ਤੇਰਾ ਨਾਮ ਲੈ ਕੇ ਬਹੁਤੀਆਂ ਕਰਾਮਾਤਾਂ ਨਹੀਂ ਕੀਤੀਆਂ? ਤਦ ਮੈਂ ਉਹਨਾਂ ਨੂੰ ਸਾਫ਼ ਆਖਾਂਗਾ, ਭਾਈ, ਮੈਂ ਤੁਹਾਨੂੰ ਕਦੇ ਨਹੀਂ ਜਾਣਿਆ। ਹੇਬਰਿਓ, ਮੇਰੇ ਕੋਲੋਂ ਚਲੇ ਜਾਓ। ਕੁਝ ਸਾਲ ਪਹਿਲਾਂ ਅਮਰੀਕਾ ਵਿੱਚ ਜੇਮਸ ਪੀਟਰਸਨ ਅਤੇ ਪੀਟਰ ਕਿਮ ਨੇ ਇੱਕ ਮਹੱਤਵਪੂਰਨ ਜਾਂਚ ਪੜਤਾਲ ਕੀਤੀ ਅਤੇ ਇਸ ਦੇ ਨਤੀਜੇ ਇੱਕ ਕਿਤਾਬ ਵਿੱਚ ਲਿਖੇ। ਇਸ ਕਿਤਾਬ ਵਿੱਚ ਇੱਕ ਅਧਿਆਇ ਸੀ ਜਿਸ ਦਾ ਨਾਮ ਸੀ, ਅੱਜ ਕੌਣ ਅਸਲ ਵਿੱਚ ਪਰਮੇਸ਼ਰ ਉੱਤੇ ਵਿਸ਼ਵਾਸ ਕਰਦਾ ਹੈ। ਨਤੀਜਾ ਇਹ ਕੱਢਿਆ ਗਿਆ, ਬਹੁਤ ਹੀ ਘੱਟ ਲੋਕ ਇਸ ਗੱਲ ਤੇ ਧਿਆਨ ਦਿੰਦੇ ਹਨ ਕਿ ਪਰਮੇਸ਼ਰ ਨੇ ਕੀ ਆਖਿਆ ਹੈ। 90% ਲੋਕਾਂ ਨੂੰ ਪ੍ਰਸ਼ਨ ਪੁੱਛੇ ਗਏ ਕਿ ਉਹ ਪਰਮੇਸ਼ਰ ਉੱਤੇ ਵਿਸ਼ਵਾਸ ਕਰਦੇ ਹਨ ਅਤੇ ਉਹਨਾਂ ਨੇ ਹਾਂ ਵਿੱਚ ਹੀ ਉੱਤਰ ਦਿੱਤਾ। ਪਰ ਜਦ ਅਸੀਂ ਉਹਨਾਂ ਨੂੰ ਖੋਦ ਕੀ ਗਹਿਰਾਈ ਨਾਲ ਪੁੱਛਿਆ ਤਾਂ ਨਤੀਜਾ ਕੁਝ ਹੋਰ ਹੀ ਨਿਕਲਿਆ। ਜ਼ਿਆਦਾਤਰ ਲੋਕਾਂ ਨੂੰ ਤਾਂ ਇਹ ਵੀ ਨਹੀਂ ਪਤਾ ਸੀ ਕਿ ਉਹਨਾਂ ਦੀ ਚਰਚ ਦੀ ਕੀ ਹਾਲਾਤ ਹਨ। 5% ਵਿੱਚੋਂ ਇੱਕ ਅਮਰੀਕਨ ਹੀ ਆਪਣੇ ਚਰਚ ਦੇ ਪੁਰੋਹਿਤ ਕੋਲੋਂ ਕਿਸੇ ਮਾਮਲੇ ਬਾਰੇ ਸਲਾਹ ਲੈਂਦੇ ਹਨ ਅਤੇ ਅੱਧੇ ਲੋਕ 3 ਮਹੀਨੇ ਵਿੱਚ ਇੱਕ ਵਾਰ ਹੀ ਧਾਰਮਿਕ ਸੇਵਕਾਈ ਵਿੱਚ ਹਿੱਸਾ ਲੈਂਦੇ ਹਨ ਅਤੇ 3 ਵਿੱਚੋਂ ਇੱਕ ਤਾਂ ਸਾਲ ਵਿੱਚ ਇੱਕ ਵਾਰ। 10 ਵਿੱਚੋਂ ਇੱਕ 10 ਆਗਿਆ ਤੇ ਵਿਸ਼ਵਾਸ ਕਰਦਾ ਹੈ। 40% ਕੇਵਲ 5 ਜਾਂ ਉਸ ਤੋਂ ਵੀ ਘੱਟ ਵਿਸ਼ਵਾਸ ਕਰਦੇ ਹਨ। ਰਿਪੋਰਟ ਦਾ ਇਹ ਹੀ ਨਤੀਜਾ ਸੀ। ਹਰੇਕ ਵਾਰ ਕਿਸੇ ਨੇ ਮੈਨੂੰ ਆਖਿਆ ਕਿ ਅਸੀਂ ਧਾਰਮਿਕ ਚੇਤਨਾ ਦੀ ਪ੍ਰਾਪਤੀ ਲਈ ਕੋਸ਼ਿਸ਼ ਕਰਦੇ ਹਾਂ ਜਦ ਤੱਕ ਅਸੀਂ ਆਤਮਿਕ ਗੱਲਾਂ ਦੇ ਪ੍ਰਤੀ ਚੇਤਨ ਹੁੰਦੇ ਹਾਂ। ਧਾਰਮਿਕ ਸੁਧਾਰ ਦੀ ਉਮੀਦ ਨਹੀਂ ਕੀਤੀ ਜਾ ਸਕਦੀ। ਅੱਜ ਧਾਰਮਿਕ ਸੁਧਾਰ ਲਈ ਆਤਮਿਕ ਗੱਲਾਂ ਨੂੰ ਜਾਣਨਾ ਬਹੁਤ ਜ਼ਰੂਰੀ ਹੈ ਅਤੇ ਅਸੀਂ ਪ੍ਰਭੂ ਦੇ ਪਹਾੜੀ ਉਪਦੇਸ਼ ਦੇ ਵਚਨ ਸੁਣ ਜਾ ਰਹੇ ਹਾਂ ਕਿ ਉਹ ਇਸ ਦੇ ਬਾਰੇ ਕੀ ਆਖਦਾ ਹੈ। ਅਸੀਂ ਆਪਣੇ ਪਿਛਲੇ ਸੰਦੇਸ਼ ਵਿੱਚ ਸੁਣਿਆ ਸੀ ਕਿ 2 ਹੀ ਦਰਵਾਜ਼ੇ ਹਨ ਅਤੇ 2 ਹੀ ਰਾਹ ਹਨ ਅਤੇ ਉਹਨਾਂ ਦੇ ਵਿਚਕਾਰ ਕੋਈ ਖਾਲੀ ਜਗ੍ਹਾ ਨਹੀਂ ਹੈ ਜਿੱਥੇ ਘਾਹ ਉੱਗ ਸਕੇ। ਇਸ ਲਈ ਆਤਮਿਕ ਗੱਲਾਂ ਵਿੱਚ ਕੁਝ ਵੀ ਘਟਣਾ ਠੀਕ ਨਹੀਂ ਹੈ। ਕੇਵਲ 2 ਹੀ ਰਾਹ ਹਨ। ਬਹੁਤੇ ਹਨ ਜਿਹੜੇ ਇੱਕ ਰਾਹ ਤੇ ਚੱਲਦੇ ਹਨ ਅਤੇ ਥੋੜੇ ਹਨ ਜਿਹੜੇ ਦੂਜੀ ਰਾਹ ਤੇ ਚੱਲਦੇ ਹਨ। ਇੱਕ ਰਾਹ ਜਿਉਣ ਵੱਲ ਲੈ ਜਾਂਦਾ ਹੈ ਅਤੇ ਦੂਜਾ ਰਾਹ ਨਾਸ਼ ਵੱਲ ਲੈ ਜਾਂਦਾ ਹੈ। ਉਸ ਨੇ ਦਰਖਤ ਦਾ ਉਦਾਹਰਨ ਦੇ ਕੇ ਸਮਝਾਇਆ ਸੀ, ਇੱਕ ਅੱਛਾ ਬ੍ਰਿਕਸ਼ ਹੈ ਅਤੇ ਇੱਕ ਬੁਰਾ ਬ੍ਰਿਕਸ਼ ਹੈ। ਅੱਛਾ ਬ੍ਰਿਕਸ਼ ਅੱਛਾ ਫਲ ਦਿੰਦਾ ਹੈ ਅਤੇ ਬੁਰਾ ਬ੍ਰਿਕਸ਼ ਬੁਰਾ ਫਲ ਦਿੰਦਾ ਹੈ। ਅੱਜ ਦੀ ਗੱਲਬਾਤ ਵਿੱਚ ਤੁਸੀਂ ਵੇਖੋਗੇ ਕਿ ਯਿਸੂ ਯਤਨ ਕਰ ਰਿਹਾ ਹੈ ਕਿ ਦੋਹਾਂ ਵਿਚਾਰਾਂ ਨੂੰ ਜੋੜ ਕੇ ਵਿਚਕਾਰਲੀ ਗੱਲ ਦੱਸੇ। ਉਹ ਇੱਕ ਗੱਲ ਨੂੰ ਇੱਕ ਪਾਸੇ ਅਤੇ ਦੂਜੀ ਗੱਲ ਨੂੰ ਦੂਜੇ ਪਾਸੇ ਅਤੇ ਦੋਹਾਂ ਦੇ ਵਿਚਕਾਰ ਇੱਕ ਲਾਈਨ ਪਾ ਕੇ ਆਖਦਾ ਹੈ, ਆਪਣਾ ਫੈਸਲਾ ਕਰੋ ਕਿ ਇਸ ਪਾਸੇ ਰਹਿਣਾ ਹੈ ਜਾਂ ਉਸ ਪਾਸੇ। ਹੁਣ ਮੈਂ ਸੋਚਦਾ ਹਾਂ, ਅੱਜ ਦੇ ਮਹੱਤਵਹੀਨ ਸੰਸਾਰ ਵਿੱਚ ਇਸ ਗੱਲ ਨੂੰ ਕੋਈ ਮਹੱਤਵ ਹੀ ਨਹੀਂ ਦਿੱਤਾ ਜਾਂਦਾ। ਅਸੀਂ ਤਾਂ ਬਸ ਸੁੱਖ ਔਰ ਆਨੰਦ ਚਾਹੁੰਦੇ ਹਾਂ। ਅੱਜ ਦੇ ਸਮਾਜ ਵਿੱਚ ਲੋਕ ਪੁਰਾਣੀਆਂ ਗੱਲਾਂ ਨਾਲ ਚਿਪਕੇ ਨਹੀਂ ਰਹਿਣਾ ਚਾਹੁੰਦੇ। ਹਰੇਕ ਚੀਜ਼ ਨੂੰ ਕੇਂਦਰ ਨਾਲ ਮਿਲਾ ਕੇ
ਜਿਸ ਤਰ੍ਹਾਂ ਵੀ ਉਹਨਾਂ ਨੂੰ ਠੀਕ ਲੱਗਦੀ ਹੈ, ਬਸ ਸੁਖੀ ਹੋਣਾ ਚਾਹੁੰਦੇ ਹਨ ਅਤੇ ਕਿਸੇ ਗੱਲ ਦੀ ਪਰਵਾਹ ਨਹੀਂ ਕਰਦੇ। ਅਤੇ ਜੇ ਇਹ ਕਰਨਾ ਸੰਭਵ ਹੈ ਅਤੇ ਪਰਮੇਸ਼ਰ ਦੇ ਵਚਨ ਦੇ ਅਨੁਸਾਰ ਠੀਕ ਹੈ, ਤਾਂ ਫਿਰ ਮੈਂ ਸੋਚਦਾ ਹਾਂ ਕਿ ਅਸੀਂ ਪਵਿੱਤਰ ਮੰਚ ਤੇ ਖੜੇ ਹੋ ਕੇ ਜੇ ਪਰਮੇਸ਼ਰ ਦੇ ਵਚਨ ਦੱਸਦੇ ਹਾਂ ਤਾਂ ਖੁਸ਼ੀ ਦੀ ਗੱਲ ਹੈ। ਪਰ ਇਹ ਕਰਨਾ ਸੰਭਵ ਨਹੀਂ ਹੈ। ਜੇ ਅਸੀਂ ਪਰਮੇਸ਼ਰ ਦੇ ਵਚਨ ਦੇ ਪ੍ਰਤੀ ਵਫਾਦਾਰ ਹਾਂ ਤਾਂ ਅਸੀਂ ਸਿਰਫ ਉਹਨਾਂ ਨੂੰ ਬੋਲ ਕੇ ਦੁਹਰਾ ਸਕਦੇ ਹਾਂ। ਅਸੀਂ ਉਹਨਾਂ ਦੀ ਰਚਨਾ ਨਹੀਂ ਕਰ ਸਕਦੇ। ਮੇਰਾ ਕੰਮ ਇਹ ਨਹੀਂ ਹੈ ਕਿ ਪਰਮੇਸ਼ਰ ਦੇ ਵਚਨ ਨੂੰ ਲੈ ਕੇ ਇਸ ਤਰ੍ਹਾਂ ਬਦਲ ਦੇਵਾਂ ਕਿ ਇਹ ਅੱਜ ਦੀ ਪੀੜ੍ਹੀ ਲਈ ਰੋਚਕ ਬਣ ਜਾਵੇ। ਪਰ ਮੇਰਾ ਕੰਮ ਤਾਂ ਇਹ ਹੈ ਕਿ ਇੰਨੀ ਮਜ਼ਬੂਤੀ ਨਾਲ ਪਰਮੇਸ਼ਰ ਦੇ ਵਚਨ ਦੀ ਘੋਸ਼ਣਾ ਕਰਾਂ ਜਿਵੇਂ ਪੁਰਾਣੇ ਨੇਮ ਵਿੱਚ ਨਬੀਆਂ ਨੇ ਕੀਤੀ ਸੀ। ਬਿਨਾਂ ਕਿਸੇ ਜੀਵਨ ਦੇ ਡਰ ਦੇ ਇਹ ਕਹਿ ਸਕਾਂ, ਮੈਂ ਨਹੀਂ ਡਰਦਾ ਕਿ ਤੁਸੀਂ ਕੀ ਸੋਚਦੇ ਹੋ। ਇਹੀ ਉਹ ਆਖਦਾ ਹੈ। ਅੱਜ ਮਸੀਹਤ ਵਿੱਚ ਸਾਡੇ ਲਈ ਇਹ ਜ਼ਰੂਰੀ ਹੋ ਗਿਆ ਹੈ ਕਿ ਅਸੀਂ ਪਹਿਲਾਂ ਸਮੇਂ ਦੇ ਨਬੀਆਂ ਦੀ ਤਰ੍ਹਾਂ ਆਵਾਜ਼ ਬੁਲੰਦ ਕਰੀਏ ਕਿ ਪ੍ਰਭੂ ਇੰਜ ਆਖਦਾ ਹੈ। ਅਸੀਂ ਉਸ ਜਗ੍ਹਾ ਤੇ ਪਹੁੰਚ ਚੁੱਕੇ ਹਾਂ ਜਿੱਥੇ ਸਾਡਾ ਜੀਵਨ ਵਿਗਿਆਪਨ ਦੇ ਅਨੁਸਾਰ ਬਦਲਦਾ ਚਲਾ ਜਾਂਦਾ ਹੈ ਅਤੇ ਉਹੀ ਚੀਜ਼ ਪੇਸ਼ ਕਰਦੇ ਹਾਂ ਜਿਸ ਨੂੰ ਲੋਕ ਤੀਬਰ ਇੱਛਾ ਨਾਲ ਸੁਣਨਾ ਪਸੰਦ ਕਰਦੇ ਹਨ। ਜੋ ਵੀ ਉਹਨਾਂ ਦੀ ਜ਼ਰੂਰਤ ਹੁੰਦੀ ਹੈ, ਅਸੀਂ ਉਹਨਾਂ ਦੀ ਜ਼ਰੂਰਤ ਦੇ ਅਨੁਸਾਰ ਹੀ ਉਹਨਾਂ ਦੀ ਮਦਦ ਕਰਨਾ ਪਸੰਦ ਕਰਦੇ ਹਾਂ, ਭਾਵੇਂ ਉਹ ਜ਼ਰੂਰਤਾਂ ਗਲਤ ਹੀ ਕਿਉਂ ਨਾ ਹੋਣ। ਮੈਂ ਤਾਂ ਬਸ ਇਮਾਨਦਾਰੀ ਨਾਲ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਯਿਸੂ ਸਵਰਗ ਵਿੱਚ ਦਾਨ ਦੇ ਬਾਰੇ ਕੀ ਆਖਦਾ ਹੈ। ਯਿਸੂ ਆਖਦਾ ਹੈ, ਤੁਹਾਨੂੰ ਇਹ ਸਭ ਜਾਣਨ ਦੀ ਜ਼ਰੂਰਤ ਹੈ। ਆਓ ਸੁਣੀਏ ਉਹ ਕੀ ਆਖਦਾ ਹੈ। ਨੰਬਰ 1, ਸਵਰਗ ਵਿੱਚ ਬਣਨ ਲਈ ਧਾਰਮਿਕ ਨੇਚਾ ਤੋਂ ਵੀ ਜ਼ਿਆਦਾ ਜਾਣਨ ਦੀ ਜ਼ਰੂਰਤ ਹੈ। ਸਭ ਤੋਂ ਪਹਿਲਾਂ ਉਹ ਆਖਦਾ ਹੈ ਕਿ ਸਵਰਗ ਜਾਣ ਲਈ ਤੁਹਾਨੂੰ ਬਹੁਤ ਕੁਝ ਜਾਣਨ ਦੀ ਜ਼ਰੂਰਤ ਹੈ। ਕਿਰਪਾ ਕਰਕੇ ਆਪਣੀ ਬਾਈਬਲ ਖੋਲੋ ਅਤੇ ਧਿਆਨ ਦੇਵੋ ਕਿ ਉਹ ਆਪਣੀ ਸ਼ੁਰੂਆਤ ਇਹ ਕਹਿੰਦੇ ਹੋਏ ਕਰਦਾ ਹੈ, ਨਾ ਹਰੇਕ ਜੋ ਮੈਨੂੰ ਪ੍ਰਭੂ ਪ੍ਰਭੂ। ਯਿਸੂ ਆਪਣੀ ਗੱਲਬਾਤ ਦੀ ਸ਼ੁਰੂਆਤ ਵਿੱਚ ਆਖਦਾ ਹੈ ਕਿ ਤੁਸੀਂ ਚਲਾਕੀ ਨਾਲ ਨਹੀਂ ਖੇਡ ਸਕਦੇ। ਜਿਸ ਤਰ੍ਹਾਂ ਨਾਟਕਾਂ ਵਿੱਚ ਅਸੀਂ ਵੇਖਦੇ ਹਾਂ, ਇਹ ਕਾਫੀ ਨਹੀਂ ਹੈ। ਤੁਹਾਡੇ ਸ਼ਬਦ, ਤੁਹਾਡੀ ਗੱਲਬਾਤ ਅੱਛੀ ਲੱਗ ਸਕਦੀ ਹੈ ਅਤੇ ਕਈ ਲੋਕਾਂ ਤੇ ਪ੍ਰਭਾਵ ਪਾ ਸਕਦੀ ਹੈ, ਪਰ ਜੇ ਮਾਮਲਾ ਸਵਰਗ ਜਾਣ ਦਾ ਹੈ ਤਾਂ ਸਾਨੂੰ ਜਾਂਚ ਕਰਨੀ ਪਵੇਗੀ ਕਿ ਇਹ ਕਾਫੀ ਹੈ ਜਾਂ ਨਹੀਂ। ਸਾਡੇ ਵਿੱਚੋਂ ਕਿੰਨੇ ਲੋਕ ਉਹਨਾਂ ਲੋਕਾਂ ਨੂੰ ਜਾਣਦੇ ਹਨ ਜੋ ਸਾਰੇ ਆਤਮਿਕ ਵਚਨ ਜਾਣਦੇ ਹੋਣ, ਸਾਰੇ ਮਸੀਹੀ ਗੀਤ, ਸਾਰੇ ਮਸੀਹੀ ਵਿਹਾਰ। ਜਦ ਤੁਸੀਂ ਉਹਨਾਂ ਨਾਲ ਹੁੰਦੇ ਹੋ ਤਾਂ ਇਸ ਤਰ੍ਹਾਂ ਅਹਿਸਾਸ ਕਰਦੇ ਹੋ ਕਿ ਅਸੀਂ ਚਰਚ ਵਿੱਚ ਬੈਠੇ ਹੋਏ ਹਾਂ, ਜਦ ਕਿ ਤੁਸੀਂ ਨਹੀਂ ਹੁੰਦੇ। ਪਰ ਫਿਰ ਵੀ ਯਿਸੂ ਆਖਦਾ ਹੈ, ਕਿਸੇ ਚੀਜ਼ ਦੀ ਕਮੀ ਹੈ। ਹੁਣ ਪ੍ਰਭੂ ਦਾ ਭਰਾ ਯਾਕੂਬ ਨੇ ਇਸ ਬਾਰੇ ਵਿਚਾਰ ਦਿੱਤੇ ਕਿ ਤੁਸੀਂ ਉਹਨਾਂ ਨੂੰ ਜਾਣਦੇ ਹੋ। ਸੱਚਮੁੱਚ ਇਹ ਛੋਟੀ ਜਿਹੀ ਚੀਜ਼ ਦੇ ਬਾਰੇ ਉਸ ਦੇ ਵਿਚਾਰ ਮਹਾਨ ਹਨ, ਜਿਸ ਦੇ ਬਾਰੇ ਅਸੀਂ ਹੁਣੇ ਹੀ ਗੱਲਬਾਤ ਕਰਨ ਜਾ ਰਹੇ ਹਾਂ। ਤੁਸੀਂ ਆਪਣੀ ਬਾਈਬਲ ਨੂੰ ਖੋਲੋ ਅਤੇ ਅਧਿਆਇ 2 ਕੱਢੋ। ਇਹ ਗੱਲਬਾਤ ਲੰਮੀ ਹੈ ਜਿਸ ਨੂੰ ਅਸੀਂ ਦੱਸ ਸਕੀਏ, ਪਰ ਤੁਸੀਂ ਪੜ੍ਹ ਲੈਣਾ। ਮੈਂ ਚਾਹੁੰਦਾ ਹਾਂ ਕਿ ਤੁਹਾਨੂੰ ਦੱਸ ਸਕਾਂ ਕਿ ਯਾਕੂਬ ਕੀ ਕਹਿਣਾ ਚਾਹੁੰਦਾ ਸੀ, ਜੋ ਸਾਡੇ ਪ੍ਰਭੂ ਦਾ ਭਰਾ ਸੀ। ਯਾਕੂਬ 2 ਅਧਿਆਇ ਉਹਦੀ 14 ਆਇਤ। ਜੇ ਕੋਈ ਆਖੇ ਭਾਈ ਮੈਨੂੰ ਨੇਚਾ ਹੈ ਪਰ ਉਹ ਅਮਲ ਨਹੀਂ ਕਰਦਾ ਹੋਵੇ ਤਾਂ ਕੀ ਲਾਭ ਹੋਇਆ? ਭਲਾ ਇਹ ਨੇਚਾ ਉਹਨਾਂ ਨੂੰ ਬਚਾ ਸਕਦੀ ਹੈ? ਜੇ ਤੁਹਾਡਾ ਭਰਾ ਜਾਂ ਭੈਣ ਬਸਤਰਹੀਨ ਅਤੇ ਉਸ ਕੋਲ ਖਾਣ ਲਈ ਨਾ ਹੋਵੇ ਅਤੇ ਤੁਸਾਂ ਵਿੱਚੋਂ ਕੋਈ ਉਹਨਾਂ ਨੂੰ ਆਖੇ ਭਾਈ ਸੁਖ ਸਾਧ ਨਾਲ ਜਾਓ, ਨਿੱਘੇ ਅਤੇ ਰਿੱਝੇ ਪੁੱਜੇ ਰਹੋ, ਪਰ ਜਿਹੜੀਆਂ ਵਸਤੂਆਂ ਸਰੀਰ ਲਈ ਲੋੜਦੀਆਂ ਹਨ ਉਹ ਤੁਸਾਂ ਉਹਨਾਂ ਨੂੰ ਨਹੀਂ ਦਿੱਤੀਆਂ, ਤਾਂ ਕੀ ਲਾਭ ਹੋਇਆ? ਇਸੇ ਪ੍ਰਕਾਰ ਨੇਚਾ ਜੋ ਅਮਲ ਸਿਹਤ ਨਾ ਹੋਵੇ ਤਾਂ ਆਪਣੇ ਆਪ ਤੋਂ ਮੋਈ ਹੋਈ ਹੈ। ਪਰ ਕੋਈ ਆਖੇਗਾ ਭਾਈ ਤੇਰੇ ਕੋਲ ਨੇਚਾ ਹੈ ਅਤੇ ਮੇਰੇ ਕੋਲ ਅਮਲ ਹਨ, ਤੂੰ ਆਪਣੀ ਨੇਚਾ ਅਮਲਾਂ ਬਿਨਾਂ ਮੈਨੂੰ ਵਿਖਾ ਅਤੇ ਮੈਂ ਆਪਣਾ ਵਿਸ਼ਵਾਸ ਅਮਲਾਂ ਨਾਲ ਤੈਨੂੰ ਆਪਣੀ ਨੇਚਾ ਵਿਖਾਵਾਂਗਾ। ਤੂੰ ਨੇਚਾ ਰੱਖਦਾ ਹੈ ਜੋ ਪਰਮੇਸ਼ਰ ਇੱਕੋ ਹੀ ਹੈ, ਇਹ ਤੂੰ ਅੱਛਾ ਕਰਦਾ ਹੈ। ਭੂਤ ਵੀ ਇਹੋ ਹੀ ਨੇਚਾ ਕਰਦੇ ਹਨ ਅਤੇ ਕੰਬਦੇ ਹਨ। ਹੁਣ ਕੁਝ ਦੇਰ ਲਈ ਮੈਂ ਰੁਕਦਾ ਹਾਂ ਅਤੇ ਤੁਹਾਡੇ ਨਾਲ ਸ਼ਾਸਤਰ ਦੇ ਇਸ ਸੰਦੇਸ਼ ਦੇ ਬਾਰੇ ਗੱਲਬਾਤ ਕਰਦਾ ਹਾਂ। ਇਹ ਪੂਰੇ ਨਵੇਂ ਨਿਯਮ ਵਿੱਚ ਇੱਕ ਮਹੱਤਵਪੂਰਨ ਵਿਚਾਰ ਹੈ। ਜੇ ਇਸ ਨੂੰ ਅੱਛੀ ਤਰ੍ਹਾਂ ਨਾ ਸਮਝਿਆ ਜਾਏ ਤਾਂ ਅਸੀਂ ਆਪਣੇ ਵਿਸ਼ਵਾਸ ਨੂੰ ਸਮਝਣ ਲਈ ਇੱਕ ਵੱਡੀ ਭੁੱਲ ਕਰ ਬੈਠਦੇ ਹਾਂ। ਆਇਤ 14 ਵਿੱਚ ਅਤੇ ਫਿਰ ਆਇਤ 15 ਵਿੱਚ ਯਾਕੂਬ ਦੱਸ ਰਿਹਾ ਹੈ ਕਿ ਲੋਕ ਆਪਣੇ ਵਿਸ਼ਵਾਸ ਨੂੰ ਕਿਸ ਤਰ੍ਹਾਂ ਲੈਂਦੇ ਹਨ। ਇਹੀ ਹੈ ਜਿਸ ਦੇ ਬਾਰੇ ਯਿਸੂ ਮੱਤੀ 7 ਵਿੱਚ ਗੱਲਬਾਤ ਕਰ ਰਿਹਾ ਹੈ ਅਤੇ ਉਹ ਝੂਠੇ ਕਥਨ ਨੂੰ
ਵਿਸ਼ਵਾਸ ਕਹਿਣ ਤੋਂ ਇਨਕਾਰ ਕਰਦਾ ਹੈ। ਦੂਜੇ ਸ਼ਬਦਾਂ ਵਿੱਚ ਯਾਕੂਬ ਉਹ ਹੀ ਕਰ ਰਿਹਾ ਹੈ ਜੋ ਯਿਸੂ ਨੇ ਆਖਿਆ ਹੈ ਕਿ ਕੇਵਲ ਵਿਸ਼ਵਾਸ ਹੀ ਕਰਨ ਦੀ ਜ਼ਰੂਰਤ ਨਹੀਂ ਹੈ, ਅਤੇ ਜ਼ਰੂਰਤ ਤਾਂ ਇਹ ਹੈ ਤੁਸੀਂ ਕੰਮ ਵੀ ਕਰੋ ਜੇ ਸਵਰਗ ਜਾਣਾ ਚਾਹੁੰਦੇ ਹੋ। ਇਹੀ ਕਾਫੀ ਨਹੀਂ ਜੋ ਉਹ ਕਹਿ ਰਿਹਾ ਹੈ, ਪਰ ਉਹ ਕਹਿ ਰਿਹਾ ਹੈ ਕਿ ਜੇ ਤੁਹਾਡਾ ਵਿਸ਼ਵਾਸ ਤੁਹਾਡੇ ਜੀਵਨ ਵਿੱਚ ਕੁਝ ਬਦਲਾਅ ਨਹੀਂ ਲਿਆਉਂਦਾ ਅਤੇ ਤੁਸੀਂ ਪੁਰਾਣੇ ਹੀ ਜੀਵਨ ਜੀ ਰਹੇ ਹੋ, ਤਾਂ ਤੁਹਾਡਾ ਇਹ ਵਿਸ਼ਵਾਸ ਅਸਲੀ ਨਹੀਂ ਹੈ। ਦੂਜੇ ਅਧਿਆਇ ਦੀ 26 ਐਤ ਵੱਲ ਵੇਖੋ ਜੋ ਆਖਰੀ ਐਤ ਹੈ, ਅਤੇ ਵੇਖੋ ਕਿ ਯਾਕੂਬ ਇੱਥੇ ਕੀ ਵਿਆਖਿਆ ਦੇ ਰਿਹਾ ਹੈ। ਜੇਕਰ ਆਤਮਾ ਵਾਜੋਂ ਸਰੀਰ ਮੁਰਦਾ ਹੈ, ਕੀਕਰ ਹੀ ਅਮਲਾ ਵਾਜੋਂ ਨੇਚਾ ਮੁਰਦਾ ਹੈ। ਉਹ ਆਖ ਰਿਹਾ ਹੈ ਸਰੀਰ ਆਤਮਾ ਦੇ ਬਿਨਾਂ ਨਹੀਂ ਜੀਵਤ ਰਹਿ ਸਕਦਾ, ਅਤੇ ਵਿਸ਼ਵਾਸ ਜੀਵਨ ਨੂੰ ਬਦਲੇ ਬਿਨਾਂ ਜੀਵਤ ਨਹੀਂ ਰਹਿ ਸਕਦਾ। ਅੱਜ ਦੀ ਪੀੜ੍ਹੀ ਲਈ ਇੱਕ ਕਠੋਰ ਸ਼ਬਦ ਹੋਣਗੇ, ਕਿਉਂਕਿ ਅਸੀਂ ਮਸੀਹਤ ਨੂੰ ਵਵਿਸਾਇਕ ਸੰਗ ਬਣਾ ਦਿੱਤਾ ਹੈ। ਅਸੀਂ ਇਸ ਦੇ ਅੰਦਰ ਉਹਨਾਂ ਸਭਨਾਂ ਚੀਜ਼ਾਂ ਨੂੰ ਬਾੜ ਦਿੱਤਾ ਹੈ ਜਿਨ੍ਹਾਂ ਨੂੰ ਕਰਨਾ ਅਸੀਂ ਪਸੰਦ ਕਰਦੇ ਹਾਂ। ਅਸੀਂ ਇਸ ਨੂੰ ਇੱਕ ਸਹੀ ਜਗ੍ਹਾ ਮੰਨ ਲਈ ਕਿ ਸਭ ਕੁਝ ਇਸ ਦੇ ਅੰਦਰ ਰੱਖ ਦਈਏ, ਅਤੇ ਅਸੀਂ ਆਪਣੇ ਜੀਵਨ ਨੂੰ ਜਿਸ ਤਰ੍ਹਾਂ ਚਾਹੁੰਦੇ ਹਾਂ ਜੀ ਸਕੀਏ, ਅਤੇ ਹਫ਼ਤੇ ਦੇ ਆਖਰੀ ਦਿਨ ਜੋ ਸਾਡਾ ਥੋੜ੍ਹਾ ਵਿਸ਼ਵਾਸ ਹੈ ਉਸ ਨੂੰ ਵਿਖਾ ਦਵਾ ਕਰਾਂਗੇ। ਇਸ ਤਰ੍ਹਾਂ ਸਾਡਾ ਜੀਵਨ ਸੁਖੀ ਰਹੇਗਾ। ਅਤੇ ਮੈਂ ਚਾਹੁੰਦਾ ਹਾਂ ਯਿਸੂ ਇੱਥੇ ਖੜੇ ਹੋ ਕੇ ਕਹਿਣਾ ਚਾਹੁੰਦਾ ਹੈ, ਉਹ ਨਹੀਂ, ਇਹ ਸਹੀ ਰਾਹ ਨਹੀਂ ਹੈ, ਕਿਉਂਕਿ ਤੁਸੀਂ ਆਖਦੇ ਹੋ ਅਸੀਂ ਮਸੀਹੀ ਹਾਂ। ਇਸ ਲਈ ਕਿਉਂ ਕਿ ਤੁਸੀਂ ਸਹੀ ਚੀਜ਼ਾਂ ਨੂੰ ਜਾਣਦੇ ਹੋ। ਸਹੀ ਸ਼ਬਦ ਅਤੇ ਇਸ ਦਾ ਅਰਥ ਇਹ ਨਹੀਂ ਕਿ ਤੁਸੀਂ ਸਹੀ ਹੋ। ਯਾਕੂਬ ਆਖਦਾ ਹੈ ਜੇ ਕਿਸੇ ਨੇ ਨਵਾਂ ਜਨਮ ਪਾਇਆ ਹੈ ਉਸ ਦਾ ਜੀਵਨ ਬਦਲ ਜਾਵੇਗਾ। ਹੁਣ ਇਸ ਦਾ ਅਰਥ ਇਹ ਨਹੀਂ ਹੈ ਕਿ ਅਸੀਂ ਰਾਤੋਂ ਰਾਤ ਸੰਤ ਬਣ ਜਾ ਰਹੇ ਹਾਂ। ਇਸ ਦਾ ਅਰਥ ਇਹ ਨਹੀਂ ਕਿ ਅਸੀਂ ਉਪਦੇਸ਼ਕ ਜਾਂ ਸੰਡੇ ਸਕੂਲ ਦੇ ਟੀਚਰ ਬਣ ਜਾ ਰਹੇ ਹਾਂ। ਕਿਰਪਾ ਕਰਕੇ ਮੈਨੂੰ ਸੁਣੋ ਭੈਣੋ ਅਤੇ ਭਰਾਵੋ, ਜੇ ਤੁਸੀਂ ਮਸੀਹ ਕੋਲ ਬਚਾਏ ਜਾਣ ਦੇ ਵਿਸ਼ਵਾਸ ਵਿੱਚ ਆਏ ਹੋ ਅਤੇ ਇਸ ਨੂੰ ਤੁਹਾਡੇ ਜੀਵਨ ਨੇ ਨਹੀਂ ਬਦਲਿਆ, ਤਾਂ ਤੁਹਾਨੂੰ ਵਿਸ਼ਵਾਸ ਦਾ ਅਰਥ ਹੀ ਸਮਝ ਨਹੀਂ ਆਇਆ। ਕਿਉਂਕਿ ਬਾਈਬਲ ਦੱਸਦੀ ਹੈ ਜਦ ਤੁਸੀਂ ਮਸੀਹ ਬਣਦੇ ਹੋ, ਪਰਮੇਸ਼ਰ ਆਪਣੇ ਦੇਵੀ ਸੁਭਾਅ ਤੁਹਾਡੇ ਅੰਦਰ ਰੱਖ ਦਿੰਦਾ ਹੈ, ਅਤੇ ਤੁਸੀਂ ਹੁਣ ਉਹ ਰਹਿ ਹੀ ਨਹੀਂ ਸਕਦੇ ਜੋ ਤੁਸੀਂ ਪਹਿਲਾਂ ਸੀ। ਤੁਸੀਂ ਹੁਣ ਅਲੱਗ ਰਾਸਤੇ ਤੇ ਹੋ। ਤੁਸੀਂ ਚੌੜੀ ਸੜਕ ਤੋਂ ਟੱਪ ਕੇ ਸੌੜੀ ਸੜਕ ਤੇ ਆ ਗਏ ਹੋ, ਅਤੇ ਤੁਸੀਂ ਆਖ ਸਕਦੇ ਹੋ ਕਿ ਇਹ ਇਸ ਦੇ ਵਿੱਚ ਕੀ ਅੰਤਰ ਹੈ। ਜੇ ਤੁਸੀਂ ਅੱਜ ਇੱਥੇ ਬੈਠ ਕੇ ਇਹ ਕਹਿ ਰਹੇ ਹੋ, ਪਾਸਟਰ ਜਰਮੀਆ, ਮੈਂ ਕਈ ਸਾਲਾਂ ਤੋਂ ਮਸੀਹੀ ਹਾਂ, ਮੈਂ ਉਸ ਤਰ੍ਹਾਂ ਦਾ ਹੀ ਹਾਂ ਜਿਸ ਤਰ੍ਹਾਂ ਪਹਿਲਾਂ ਸੀ, ਮੈਂ ਉਹ ਸਾਰੇ ਹੀ ਕੰਮ ਕਰਦਾ ਹਾਂ, ਉਸੇ ਤਰ੍ਹਾਂ ਹੀ ਜੀ ਰਿਹਾ ਹਾਂ, ਉਸੇ ਤਰ੍ਹਾਂ ਹੀ ਮੇਰੀ ਸੋਚ ਹੈ, ਉਹਨਾਂ ਹੀ ਜਗ੍ਹਾ ਤੇ ਮੈਂ ਜਾਂਦਾ ਹਾਂ, ਹੋਰ ਬਹੁਤ ਸਾਰੇ। ਤਦ ਮੈਂ ਤੁਹਾਨੂੰ ਪੁੱਛਦਾ ਹਾਂ, ਆਪਣੀ ਜਾਂਚ ਕਰੋ ਕਿ ਤੁਸੀਂ ਵਿਸ਼ਵਾਸ ਵਿੱਚ ਹੋ ਵੀ ਕਿ ਨਹੀਂ। ਇੱਕ ਚੀਜ਼ ਜਿਸ ਨੂੰ ਯਾਕੂਬ ਅਤੇ ਮਸੀਹ ਦੋਹਾਂ ਨੇ ਇਹ ਸਵੀਕਾਰ ਨਹੀਂ ਕੀਤਾ ਕਿ ਜੇ ਕੋਈ ਆਪਣੇ ਸ਼ਬਦਾਂ ਨਾਲ ਕੁਝ ਕਹੇ ਅਤੇ ਉਹਨਾਂ ਦੇ ਜੀਵਨ ਵਿੱਚ ਕੁਝ ਸੱਚਮੁੱਚ ਨਤੀਜਾ ਨਾ ਨਿਕਲੇ। ਤੁਸੀਂ ਜਾਣਦੇ ਹੋ, ਮੈਂ ਹਮੇਸ਼ਾ ਜਦ ਵੀ ਯਾਕੂਬ ਦੇ ਸ਼ਬਦਾਂ ਜਾਂ ਮਸੀਹ ਦੇ ਸ਼ਬਦਾਂ ਨੂੰ ਪੜ੍ਹਦਾ ਹਾਂ, ਕਿਉਂਕਿ ਮੈਂ ਜਾਣਦਾ ਹਾਂ ਜੇ ਮੈਂ ਸਾਵਧਾਨ ਨਹੀਂ ਰਹਾਂਗਾ ਤਾਂ ਮੈਂ ਕਿਸੇ ਦੀ ਵੀ ਸ਼ਾਂਤੀ ਭੰਗ ਕਰ ਸਕਦਾ ਹਾਂ, ਭਾਵੇਂ ਇਹ ਕਰਨ ਦੀ ਮੇਰੀ ਇੱਛਾ ਨਾ ਹੋਵੇ। ਦੂਜੇ ਸ਼ਬਦਾਂ ਵਿੱਚ ਇਸ ਸੰਦੇਸ਼ ਦਾ ਮਕਸਦ ਇਹ ਨਹੀਂ ਹੈ ਕਿ ਤੁਹਾਨੂੰ ਜੋ ਮਸੀਹੀ ਹੋ ਤੁਹਾਨੂੰ ਆਪਣੀ ਮੁਕਤੀ ਲਈ ਭਰਮ ਵਿੱਚ ਪਾ ਦੇਵਾਂ। ਇਹ ਮਕਸਦ ਨਹੀਂ ਹੈ। ਸਾਡੇ ਪ੍ਰਭੂ ਦੇ ਸੰਦੇਸ਼ ਦੇ ਸ਼ਬਦਾਂ ਦਾ ਅਰਥ ਇਹੀ ਸੀ ਕਿ ਅਸੀਂ ਆਪਣੇ ਇਸ ਸ਼ੱਕ ਨੂੰ ਦੂਰ ਕਰ ਲਈਏ ਕਿ ਜੋ ਸਾਡਾ ਵਿਸ਼ਵਾਸ ਹੈ ਉਸ ਤਰ੍ਹਾਂ ਦਾ ਹਾਂ ਵੀ ਕਿ ਨਹੀਂ, ਕਿਤੇ ਧੋਖਾ ਨਾ ਖਾ ਜਾਈਏ। ਅਤੇ ਉਹ ਇਸ ਲਈ ਇਹ ਕਹਿ ਰਿਹਾ ਸੀ ਕਿਉਂਕਿ ਤੁਸੀਂ ਸਿਰਫ ਕਹਿ ਕੇ ਹੀ ਇਸ ਨੂੰ ਸਹੀ ਨਹੀਂ ਕਰ ਸਕਦੇ ਜਦ ਤੱਕ ਕਿ ਤੁਹਾਡੇ ਜੀਵਨ ਵਿੱਚ ਇਸ ਦਾ ਸਬੂਤ ਨਹੀਂ ਹੈ। ਕੀ ਕਦੀ ਤੁਸੀਂ ਪ੍ਰਾਰਥਨਾ ਕਰਨਾ ਚਾਹੁੰਦੇ ਹੋ? ਕੀ ਕਦੀ ਤੁਸੀਂ ਪਰਮੇਸ਼ਰ ਦੇ ਵਚਨ ਪੜ੍ਹਨਾ ਚਾਹੁੰਦੇ ਹੋ? ਕੀ ਤੁਸੀਂ ਮਸੀਹ ਲੋਕਾਂ ਨਾਲ ਰਹਿਣਾ ਚਾਹੁੰਦੇ ਹੋ? ਕੀ ਤੁਹਾਡੀ ਇੱਛਾ ਹੈ ਕਿ ਅਸੀਂ ਅੱਗੇ ਵਧੀਏ? ਕੀ ਤੁਹਾਡਾ ਆਤਮਾ ਤੁਹਾਨੂੰ ਦੱਸਦਾ ਹੈ ਕਿ ਪਰਮੇਸ਼ਰ ਦਾ ਆਤਮਾ ਤੁਹਾਡੀ ਆਤਮਾ ਨਾਲ ਮਿਲ ਕੇ ਗਵਾਹੀ ਦਿੰਦਾ ਹੈ ਕਿ ਤੁਸੀਂ ਪਰਮੇਸ਼ਰ ਦੀ ਸੰਤਾਨ ਹੋ? ਜੇ ਤੁਹਾਡੇ ਕੋਲ ਇਹਨਾਂ ਵਿੱਚੋਂ ਕੋਈ ਗਵਾਹੀ ਨਹੀਂ ਹੈ ਅਤੇ ਬਸ ਤੁਸੀਂ ਇਹ ਜਾਣਦੇ ਹੋ, ਹਾਂ ਮੈਂ ਜਾਣਦਾ ਹਾਂ, ਮੈਂ ਮਸੀਹ ਹਾਂ, ਤਦ ਮਸੀਹ ਚਾਹੁੰਦਾ ਹੈ ਕਿ ਅਸੀਂ ਇਹ ਕਹਿਣਾ ਬੰਦ ਕਰੀਏ ਕਿ ਅਸੀਂ ਮਸੀਹ ਹਾਂ, ਕਿਉਂ ਜੋ ਅਸੀਂ ਆਪਣੇ ਵਿੱਚ ਮਰੇ ਹੋਏ ਹਾਂ, ਅਤੇ ਆਖਦੇ ਹਾਂ ਯਕੀਨ ਕਰ ਲਵੋ ਕਿ ਤੁਸੀਂ ਸਵਰਗ ਰਾਜ ਵਿੱਚ ਨਹੀਂ ਜਾ ਸਕਦੇ ਜੇ ਤੁਹਾਡੇ ਕੋਲ ਕੋਈ ਗਵਾਹੀ ਨਹੀਂ ਹੈ। ਯਤਨ ਕਰੋ ਅਤੇ ਗਵਾਹੀ ਨੂੰ ਬਾਹਰ ਆਉਣ ਦੇਵੋ, ਕਿਤੇ ਜ਼ਿਆਦਾ ਦੇਰ ਨਾ ਹੋ ਜਾਵੇ। ਪਰਮੇਸ਼ਰ ਦੇ ਰਾਜ ਵਿੱਚ ਬਣਨਾ ਵਿਸ਼ਵਾਸ ਤੋਂ ਵੀ ਜ਼ਿਆਦਾ, ਆਪਣੇ ਪੇਸ਼ੇ ਦੇ ਕੰਮਾਂ ਤੋਂ ਵੀ ਜ਼ਿਆਦਾ
ਕੁਝ ਕਰਨ ਦੀ ਮੰਗ ਕਰਦਾ ਹੈ ਤਾਂ ਕਿ ਤੁਹਾਡੇ ਅੰਦਰੋਂ ਕੋਈ ਗਵਾਹੀ ਨਿਕਲ ਸਕੇ। ਨੰਬਰ 2, ਸਵਰਗ ਰਾਜ ਵਿੱਚ ਬਣਨ ਲਈ ਪੈਦਾਵਾਰ ਤੋਂ ਵੀ ਜ਼ਿਆਦਾ ਪੈਦਾ ਕਰਨ ਦੀ ਜ਼ਰੂਰਤ ਹੈ। ਪਰ ਤਦ ਯਿਸੂ ਕੁਝ ਆਖਦਾ ਹੈ ਜੋ ਸਾਨੂੰ ਭੈਭੀਤ ਕਰ ਦਿੰਦਾ ਹੈ। ਉਹ ਆਖਦਾ ਹੈ ਸਵਰਗ ਵਿੱਚ ਜਾਣ ਲਈ ਪੈਦਾਵਾਰ ਤੋਂ ਵੀ ਜ਼ਿਆਦਾ ਪੈਦਾ ਕਰਨ ਦੀ ਜ਼ਰੂਰਤ ਹੈ। ਉਹ ਇਸ ਬਾਰੇ ਮੱਤੀ 7 ਵਿੱਚ ਇੱਕ ਕਥਨ ਕਹਿੰਦਾ ਹੈ। ਉਹ ਆਖਦਾ ਹੈ, ਉਸ ਦਿਨ ਅਨੇਕ ਮੈਨੂੰ ਆਖਣਗੇ, ਹੇ ਪ੍ਰਭੂ, ਕਿ ਅਸਾਂ ਤੇਰਾ ਨਾਮ ਲੈ ਕੇ ਅਗੰਮਵਾਕ ਨਹੀਂ ਕੀਤਾ ਅਤੇ ਤੇਰਾ ਨਾਮ ਲੈ ਕੇ ਭੂਤਾਂ ਨੂੰ ਨਹੀਂ ਕੱਢਿਆ ਅਤੇ ਤੇਰਾ ਨਾਮ ਲੈ ਕੇ ਬਹੁਤੀਆਂ ਕਰਾਮਾਤਾਂ ਨਹੀਂ ਕੀਤੀਆਂ। ਹੁਣ ਜਰਾ ਰੁਕੋ, ਮੈਂ ਸੋਚਿਆ ਅਸੀਂ ਆਖਿਆ ਹੈ, ਜੇ ਸਾਡਾ ਵਿਸ਼ਵਾਸ ਸਹੀ ਹੈ, ਇਹ ਸਾਨੂੰ ਬਦਲਣ ਜਾ ਰਿਹਾ ਹੈ। ਇਹ ਗੱਲ ਸੱਚ ਹੈ, ਪਰ ਯਿਸੂ ਇਸ ਗੱਲਬਾਤ ਵਿੱਚ ਇੱਕ ਕਦਮ ਹੋਰ ਅੱਗੇ ਵੱਧ ਕੇ ਆਖਦਾ ਹੈ, ਤੁਸੀਂ ਆਖ ਸਕਦੇ ਹੋ ਕਿ ਤੁਸੀਂ ਮਸੀਹੀ ਹੋ, ਤੁਸੀਂ ਕਰਾਮਾਤਾਂ ਕਰਕੇ ਵਿਖਾ ਸਕਦੇ ਹੋ ਅਤੇ ਲੋਕਾਂ ਨੂੰ ਯਕੀਨ ਹੋ ਸਕਦਾ ਹੈ ਕਿ ਤੁਸੀਂ ਮਸੀਹੀ ਹੋ, ਅਤੇ ਜਦ ਕਿ ਤੁਸੀਂ ਮਸੀਹ ਨਹੀਂ ਹੋ। ਕੀ ਤੁਸੀਂ ਮੇਰੀ ਗੱਲਬਾਤ ਨੂੰ ਸਮਝ ਸਕਦੇ ਹੋ? ਉਹ ਆਖਦਾ ਹੈ, ਕਈ ਐਸੀਆਂ ਚੀਜ਼ਾਂ ਹਨ ਜਿਨ੍ਹਾਂ ਨੂੰ ਤੁਸੀਂ ਕਰ ਸਕਦੇ ਹੋ। ਹਾਂ, ਤੁਸੀਂ ਉਹਨਾਂ ਨੂੰ ਕਰ ਸਕਦੇ ਹੋ ਅਤੇ ਵਿਖਾ ਸਕਦੇ ਹੋ ਅਤੇ ਲੋਕ ਉਹਨਾਂ ਨੂੰ ਵੇਖ ਕੇ ਕਹਿ ਸਕਦੇ ਹਨ, ਵਾਹ, ਇਹ ਇੱਕ ਮਹਾਨ ਅਚਰਜ ਹੈ। ਪਰ ਫਿਰ ਵੀ ਇਹ ਸਭ ਕੁਝ ਦਾ ਅਰਥ ਇਹ ਨਹੀਂ ਕਿ ਤੁਸੀਂ ਮਸੀਹ ਨੂੰ ਜਾਣ ਲਿਆ ਹੈ। ਭਾਗ ਊੜਾ। ਇੱਕ ਵਿਅਕਤੀ ਪਰਮੇਸ਼ਰ ਦੇ ਵਚਨ ਦੀ ਵਿਆਖਿਆ ਕਰ ਸਕਦਾ ਹੈ, ਫਿਰ ਵੀ ਉਹ ਗਵਾਚਿਆ ਹੋਇਆ ਹੋ ਸਕਦਾ ਹੈ। ਕਿਰਪਾ ਕਰਕੇ ਧਿਆਨ ਨਾਲ ਸੁਣੋ, ਇਹ ਬਹੁਤ ਹੀ ਮਹੱਤਵਪੂਰਨ ਹੈ। ਉਹਨਾਂ 3 ਚੀਜ਼ਾਂ ਵੱਲ ਧਿਆਨ ਦਿਵੋ ਜਿਸ ਦੇ ਬਾਰੇ ਯਿਸੂ ਆਪਣੀ ਵਿਆਖਿਆ ਵਿੱਚ ਦੱਸਦਾ ਹੈ। ਉਹ ਆਖਦਾ ਹੈ, ਨੰਬਰ 1, ਤੁਸੀਂ ਮੇਰਾ ਨਾਮ ਵਿੱਚ ਭਵਿੱਖਬਾਣੀ ਕਰ ਸਕਦੇ ਹੋ, ਤੁਸੀਂ ਪਰਮੇਸ਼ਰ ਦੇ ਵਚਨ ਦੀ ਵਿਆਖਿਆ ਕਰ ਸਕਦੇ ਹੋ ਅਤੇ ਗਵਾਚੇ ਹੋ ਸਕਦੇ ਹੋ। ਉਹ ਆਖਦਾ ਹੈ, ਬਹੁਤੇ ਲੋਕ ਮੈਨੂੰ ਉਸ ਦਿਨ ਆਖਣਗੇ, ਪ੍ਰਭੂ, ਕੀ ਅਸੀਂ ਤੇਰਾ ਨਾਮ ਵਿੱਚ ਅਗੰਮਵਾਕ ਨਹੀਂ ਬੋਲੇ? ਮੈਨੂੰ ਕਹਿਣ ਦਾ ਤੁਹਾਡਾ ਅਰਥ ਹੋਵੇਗਾ, ਪਾਸਟਰ, ਕੀ ਉਪਦੇਸ਼ਕ ਨਰਕ ਵਿੱਚ ਜਾ ਰਹੇ ਹਨ? ਹਾਂ, ਜ਼ਰੂਰ। ਉਹ ਉਹਨਾਂ ਵਿੱਚੋਂ ਬਹੁਤ ਸਾਰੇ ਹੋਣਗੇ, ਸਿਰਫ ਇਸ ਲਈ ਕਿਉਂਕਿ ਉਹ ਪਵਿੱਤਰ ਮੰਚ ਤੇ ਖੜੇ ਹੁੰਦੇ ਹਨ ਅਤੇ ਪਰਮੇਸ਼ਰ ਦੇ ਵਚਨ ਨੂੰ ਆਪਣੇ ਮੂੰਹਾਂ ਵਿੱਚੋਂ ਫੁਹਾਰੇ ਦੀ ਤਰ੍ਹਾਂ ਕੱਢਦੇ ਹਨ। ਅਤੇ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਜੇ ਤੁਸੀਂ ਸਲੀਬ ਦੇ ਕੋਲ ਆ ਕੇ ਆਪਣੇ ਪਾਪਾਂ ਦੀ ਮਾਫੀ ਨਹੀਂ ਮੰਗੀ। ਪਿਆਰੇ ਦਰਸ਼ਕੋ, ਅਸੀਂ ਤੁਹਾਡਾ ਸਾਰਿਆਂ ਦਾ ਦਿਲ ਤੋਂ ਧੰਨਵਾਦ ਕਰਦੇ ਹਾਂ ਕਿ ਤੁਸੀਂ ਸਾਡੇ ਨਾਲ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਖੀਰ ਤੱਕ ਬਣੇ ਰਹੇ। ਅਸੀਂ ਬਾਈਬਲ ਬਾਣੀ ਦੇ ਵਿੱਚੋਂ ਮੱਤੀ ਦੀ ਅੰਜੀਲ ਦੇ 7 ਅਧਿਆਏ ਦੀ 21 ਆਇਤ ਤੋਂ ਲੈ ਕੇ 23 ਆਇਤ ਤੱਕ ਦੇ ਵਚਨਾਂ ਦੇ ਉੱਤੇ ਗੌਰ ਕਰ ਰਹੇ ਸੀ। ਇਹਨਾਂ ਵਚਨਾਂ ਦੇ ਰਾਹੀਂ ਅਸੀਂ ਸਵਰਗ ਦੇ ਵਿੱਚ ਦਾਖਲ ਹੋਣ ਦੇ ਬਾਰੇ ਗੱਲਬਾਤ ਕਰ ਰਹੇ ਸੀ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਜਾਣਿਆ ਕਿ ਅਮਰੀਕਾ ਦੇ ਵਿੱਚ ਇੱਕ ਸਰਵੇਖਣ ਕੀਤਾ ਗਿਆ, ਜਿਸ ਦੇ ਵਿੱਚ ਲੋਕਾਂ ਤੋਂ ਇੱਕ ਸਵਾਲ ਪੁੱਛਿਆ ਗਿਆ ਸੀ ਕਿ ਉਹ ਪਰਮੇਸ਼ਰ ਦੇ ਉੱਤੇ ਵਿਸ਼ਵਾਸ ਕਰਦੇ ਹਨ। 90% ਲੋਕਾਂ ਨੇ ਹਾਂ ਵਿੱਚ ਉੱਤਰ ਦਿੱਤਾ, ਪਰ ਜਦੋਂ ਉਹਨਾਂ ਨੂੰ ਖੋਦ ਕੇ ਪੁੱਛਿਆ ਗਿਆ ਤਾਂ ਨਤੀਜਾ ਕੁਝ ਹੋਰ ਹੀ ਸੀ। ਜ਼ਿਆਦਾਤਰ ਲੋਕਾਂ ਨੂੰ ਤਾਂ ਇਹ ਵੀ ਨਹੀਂ ਪਤਾ ਕਿ ਉਹਨਾਂ ਦੇ ਚਰਚ ਦੀ ਕੀ ਹਾਲਤ ਹੈ। 5% ਅਮਰੀਕੀ ਲੋਕ ਹੀ ਆਪਣੇ ਚਰਚ ਦੇ ਪਾਸਟਰ ਤੋਂ ਕਿਸੇ ਵਿਸ਼ੇ ਉੱਤੇ ਸਲਾਹ ਲੈਂਦੇ ਹਨ ਅਤੇ ਅੱਧੇ ਲੋਕ 3 ਮਹੀਨਿਆਂ ਵਿੱਚ ਇੱਕ ਵਾਰੀ ਹੀ ਕਿਸੇ ਧਾਰਮਿਕ ਸੇਵਕਾਈ ਦੇ ਵਿੱਚ ਹਿੱਸਾ ਲੈਂਦੇ ਹਨ। ਅੱਜ ਦੀ ਪੀੜ੍ਹੀ ਪੁਰਾਣੀਆਂ ਗੱਲਾਂ ਨਾਲ ਚਿਪਕੀ ਨਹੀਂ ਰਹਿਣਾ ਚਾਹੁੰਦੀ, ਇਸੇ ਕਰਕੇ ਉਹਨਾਂ ਦੇ ਪਰਮੇਸ਼ਰ ਦੇ ਵਚਨ ਦੇ ਪ੍ਰਤੀ ਝੁਕਾਅ ਘਟ ਗਿਆ। ਜੇਕਰ ਅਸੀਂ ਪਰਮੇਸ਼ਰ ਦੇ ਵਚਨ ਦੇ ਪ੍ਰਤੀ ਵਫਾਦਾਰ ਹਾਂ ਤਾਂ ਅਸੀਂ ਉਸ ਨੂੰ ਬੋਲ ਕੇ ਦੁਹਰਾ ਸਕਦੇ ਹਾਂ। ਅਸੀਂ ਉਹਨਾਂ ਦੀ ਰਚਨਾ ਨਹੀਂ ਕਰ ਸਕਦੇ। ਅਸੀਂ ਅੱਜ ਦੀ ਪੀੜ੍ਹੀ ਦੇ ਲਈ ਪਰਮੇਸ਼ਰ ਦੇ ਵਚਨ ਨੂੰ ਰੋਚਕ ਬਣਾਉਣ ਦੇ ਲਈ ਉਸ ਨੂੰ ਬਦਲ ਨਹੀਂ ਸਕਦੇ, ਪਰ ਸਾਨੂੰ ਪਰਮੇਸ਼ਰ ਦੇ ਵਚਨ ਦੀ ਘੋਸ਼ਣਾ ਇੰਨੀ ਮਜ਼ਬੂਤੀ ਦੇ ਨਾਲ ਕਰਨੀ ਚਾਹੀਦੀ ਹੈ ਜਿਵੇਂ ਪੁਰਾਣੇ ਨਿਯਮ ਦੇ ਵਿੱਚ ਪਰਮੇਸ਼ਰ ਦੇ ਨਬੀ ਕਰਦੇ ਸੀ। ਅਸੀਂ ਜਾਣਿਆ ਕਿ ਸਵਰਗ ਰਾਜ ਦੇ ਵਿੱਚ ਦਾਖਲ ਹੋਣ ਦੇ ਲਈ ਧਾਰਮਿਕਤਾ ਨੇਚਾ ਤੋਂ ਵੀ ਜ਼ਿਆਦਾ ਜਾਣਨ ਦੀ ਲੋੜ ਹੈ। ਸਵਰਗ ਦੇ ਵਿੱਚ ਜਾਣ ਦੇ ਲਈ ਸਾਨੂੰ ਬਹੁਤ ਕੁਝ ਜਾਣਨ ਦੀ ਲੋੜ ਹੈ। ਯਾਕੂਬ ਦੀ ਪੱਤਰੀ ਦੇ 2 ਅਧਿਆਏ ਦੀ 14 ਆਇਤ ਦੇ ਵਿੱਚ ਬਾਣੀ ਸਾਨੂੰ ਦੱਸਦੀ ਹੈ, ਜੇ ਕੋਈ ਆਖੇ ਭਾਈ ਮੈਨੂੰ ਨੇਚਾ ਹੈ ਪਰ ਅਮਲ ਨਹੀਂ ਕਰਦਾ ਹੋਵੇ ਤਾਂ ਕੀ ਲਾਭ ਹੋਇਆ? ਭਲਾ ਇਹ ਨੀਚਾ ਉਹਨੂੰ ਬਚਾ ਸਕਦੀ ਹੈ? ਜੇ ਤੁਹਾਡਾ ਭੈਣ ਜਾਂ ਭਰਾ ਬਸਤਰਹੀਨ ਹੋਵੇ ਜਾਂ ਉਹਦੇ ਕੋਲ ਖਾਣ ਦੇ ਲਈ ਨਾ ਹੋਵੇ ਤਾਂ ਤੁਸੀਂ ਉਸ ਨੂੰ ਕੋਈ ਆਖੇ ਭਾਈ ਸੁੱਖ ਸਾਂਦ ਨਾਲ ਜਾਓ, ਨਿੱਘੇ ਅਤੇ ਰੱਜੇ ਪੁੱਜੇ ਰਹੋ, ਪਰ ਜਿਹੜੀਆਂ ਵਸਤੂਆਂ ਸਰੀਰ ਦੀਆਂ ਲੋੜ ਦੀਆਂ ਹਨ ਉਹ ਵਸਤੂਆਂ ਤੁਸੀਂ ਉਹਨਾਂ ਨੂੰ ਨਾ ਦਿੱਤੀਆਂ
ਤਾਂ ਕੀ ਲਾਭ ਹੋਇਆ। ਇਸੇ ਪ੍ਰਕਾਰ ਜਿਹੜੀ ਨੇਚਾ ਅਮਲਮਤ ਨਾ ਹੋਏ ਤਾਂ ਉਹ ਆਪਣੇ ਆਪ ਤੋਂ ਮਰੀ ਹੋਈ ਹੈ। ਦੋਸਤੋ, ਜੇ ਤੁਸੀਂ ਸਵਰਗ ਜਾਣਾ ਚਾਹੁੰਦੇ ਹੋ ਤਾਂ ਸਿਰਫ ਵਿਸ਼ਵਾਸ ਹੀ ਨਾ ਕਰੋ, ਸਗੋਂ ਵਿਸ਼ਵਾਸ ਦੇ ਅਨੁਸਾਰ ਕੰਮ ਵੀ ਕਰੋ। ਜੇਕਰ ਤੁਹਾਡਾ ਵਿਸ਼ਵਾਸ ਤੁਹਾਡੇ ਜੀਵਨ ਦੇ ਵਿੱਚ ਕੋਈ ਤਬਦੀਲੀ ਨਹੀਂ ਲਿਆਂਦਾ ਅਤੇ ਤੁਹਾਡੇ ਪੁਰਾਣੇ ਜੀਵਨ ਵਾਂਗ ਹੀ ਆਪਣੇ ਜੀਵਨ ਨੂੰ ਤੁਸੀਂ ਬਤੀਤ ਕਰਦੇ ਆ ਰਹੇ ਹੋ ਤਾਂ ਤੁਹਾਡਾ ਇਹ ਵਿਸ਼ਵਾਸ ਅਸਲੀ ਨਹੀਂ ਹੈ। ਦੋਸਤੋ, ਜੇਕਰ ਤੁਸੀਂ ਇਸ ਮਸੀਹ ਦੇ ਵਿੱਚ ਬਚਾਏ ਜਾਣ ਵਾਲੇ ਵਿਸ਼ਵਾਸ ਵਿੱਚ ਆਏ ਹੋ ਪਰ ਇਸ ਦੇ ਨਾਲ ਤੁਹਾਡੇ ਜੀਵਨ ਨਹੀਂ ਬਦਲੇ ਤਾਂ ਤੁਹਾਨੂੰ ਵਿਸ਼ਵਾਸ ਦਾ ਅਰਥ ਹੀ ਸਮਝ ਨਹੀਂ ਆਇਆ। ਕਿਉਂਕਿ ਬਾਈਬਲ ਦੱਸਦੀ ਹੈ ਕਿ ਜਦੋਂ ਤੁਸੀਂ ਮਸੀਹ ਦੇ ਹੋ ਜਾਂਦੇ ਹੋ, ਪਰਮੇਸ਼ਰ ਆਪਣੀ ਈਸ਼ਵਰੀ ਸੁਭਾਅ ਨੂੰ ਤੁਹਾਡੇ ਅੰਦਰ ਰੱਖ ਦਿੰਦਾ। ਤੁਸੀਂ ਮਸੀਹ ਦੇ ਵਿੱਚ ਨਵੀਂ ਸ੍ਰਿਸ਼ਟੀ ਬਣ ਜਾਂਦੇ ਹੋ। ਇਸ ਲਈ ਤੁਸੀਂ ਹੁਣ ਉਹ ਰਹਿ ਹੀ ਨਹੀਂ ਸਕਦੇ ਜੋ ਤੁਸੀਂ ਪਹਿਲਾਂ ਸੀ। ਇਸ ਤੋਂ ਬਾਅਦ ਅਸੀਂ ਸਿੱਖਿਆ ਕਿ ਸਵਰਗ ਰਾਜ ਦੇ ਵਿੱਚ ਦਾਖਲ ਹੋਣ ਦੇ ਲਈ ਪੈਦਾਵਾਰ ਤੋਂ ਵੀ ਜ਼ਿਆਦਾ ਪੈਦਾ ਕਰਨ ਦੀ ਲੋੜ ਹੈ। ਅਸੀਂ ਸਿੱਖਿਆ ਕਿ ਅਸੀਂ ਅਗਮ ਵਾਕ ਕਰ ਸਕਦੇ ਹਾਂ ਅਤੇ ਭੂਤ ਭੇਤ ਕੱਢ ਸਕਦੇ ਹਾਂ ਅਤੇ ਚਮਤਕਾਰ ਕਰ ਸਕਦੇ ਹਾਂ, ਪਰ ਇਸ ਦਾ ਮਤਲਬ ਇਹ ਨਹੀਂ ਕਿ ਅਸੀਂ ਮਸੀਹ ਨੂੰ ਜਾਣ ਲਿਆ। ਸਾਨੂੰ ਇਸ ਤੋਂ ਵੱਧ ਕੇ ਕੁਝ ਕਰਨਾ ਪਏਗਾ, ਕਿਉਂਕਿ ਇੱਕ ਵਿਅਕਤੀ ਪਰਮੇਸ਼ਰ ਦੇ ਵਚਨ ਦੀ ਵਿਆਖਿਆ ਕਰ ਸਕਦਾ ਹੈ ਪਰ ਫਿਰ ਵੀ ਉਹ ਗੁਆਚਿਆ ਆਇਆ ਹੋ ਸਕਦਾ ਹੈ। ਦੋਸਤੋ, ਉਮੀਦ ਕਰਦੇ ਹਾਂ ਕਿ ਤੁਹਾਨੂੰ ਇਸ ਪ੍ਰੋਗਰਾਮ ਦੇ ਦੁਆਰਾ ਬੜੀ ਆਸ਼ੀਸ਼ ਮਿਲੀ ਹੋਏਗੀ। ਹੁਣ ਸਾਨੂੰ ਇਜਾਜ਼ਤ ਦਿਓ, ਅਗਲੇ ਪ੍ਰੋਗਰਾਮ ਦੇ ਵਿੱਚ ਫੇਰ ਮੁਲਾਕਾਤ ਕਰਾਂਗੇ। ਸਾਡੇ ਅਗਲੇ ਪ੍ਰੋਗਰਾਮ ਦੇ ਵਿੱਚ ਵੀ ਅਸੀਂ ਇਸੇ ਵਿਸ਼ੇ ਦੇ ਉੱਤੇ ਆਪਣੀ ਗੱਲਬਾਤ ਨੂੰ ਜਾਰੀ ਰੱਖਾਂਗੇ। ਆਓ ਪ੍ਰਾਰਥਨਾ ਕਰਦੇ ਹਾਂ। ਸਾਡੇ ਅਨੁਗ੍ਰਹਿਕਾਰੀ ਦਿਆਲੂ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਜੀ ਦੇ ਨਾਂ 'ਚ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ ਜੀ, ਅੱਜ ਦੇ ਵਚਨ ਦੇ ਲਈ। ਪ੍ਰਭੂ ਜੀ, ਅੱਜ ਦੇ ਵਚਨ ਦੇ ਦੁਆਰਾ ਤੁਸੀਂ ਸਵਰਗ ਦੇ ਰਾਹ ਵਿੱਚ ਪ੍ਰਵੇਸ਼ ਕਰਨ ਬਾਰੇ ਦੱਸਿਆ ਸਾਨੂੰ। ਪਿਤਾ ਪਰਮੇਸ਼ਰ, ਅੱਜ ਬਹੁਤ ਸਾਰੇ ਲੋਕ ਸਵਰਗ ਦੇ ਰਾਹ ਵਿੱਚ ਜਾਣਾ ਚਾਹੁੰਦੇ ਹਨ ਪਰੰਤੂ ਉਹਨਾਂ ਨੂੰ ਸਹੀ ਰਸਤਾ ਨਹੀਂ ਪਤਾ, ਔਰ ਬਹੁਤ ਸਾਰੇ ਪ੍ਰਭੂ ਜੀ ਤੁਹਾਡੀ ਨੀਤੀਆਂ ਨੂੰ ਪਸੰਦ ਨਹੀਂ ਕਰਦੇ। ਉਹ ਪੁਰਾਣੀ ਗੱਲਾਂ ਦੇ ਨਾਲ ਚਿਪਕੇ ਨਹੀਂ ਰਹਿਣਾ ਸਕਦੇ ਔਰ ਤੁਹਾਡੇ ਵਚਨ ਦੇ ਉੱਤੇ ਉਹਨਾਂ ਨੂੰ ਪ੍ਰਭੂ ਜੀ ਨੀਰਸਤਾ ਲੱਗਦੀ ਹੈ, ਜਿਸ ਕਰਕੇ ਪ੍ਰਭੂ ਜੀ ਉਹਨਾਂ ਦੀ ਰੁਚੀ ਉਸ 'ਚ ਨਹੀਂ ਪੈਦਾ ਹੁੰਦੀ ਔਰ ਉਹ ਉਸ ਤੋਂ ਪ੍ਰਭੂ ਤੁਹਾਡੇ ਵਚਨ ਤੋਂ ਦੂਰ ਹੋ ਜਾਂਦੇ ਹਨ। ਪਿਆਰੇ ਪਿਤਾ ਪਰਮੇਸ਼ਰ, ਲੇਕਿਨ ਤੁਹਾਡਾ ਵਚਨ ਸਾਮਰਥੀ ਹੈ, ਸ਼ਕਤੀਸ਼ਾਲੀ ਹੈ, ਜ਼ਿੰਦਗੀਆਂ ਨੂੰ ਬਦਲਣ ਵਾਲਾ ਪ੍ਰਭੂ ਜੀ ਔਰ ਜ਼ਿੰਦਗੀ ਦੇਣ ਵਾਲਾ ਵਚਨ ਹੈ। ਪ੍ਰਭੂ ਜੀ, ਇਹ ਵਚਨ ਸਾਡੇ ਜੀਵਨਾਂ ਦੇ ਵਿੱਚ ਸਾਮਰਥੀ ਢੰਗ ਦੇ ਨਾਲ ਕੰਮ ਕਰੇ। ਪ੍ਰਭੂ ਜੀ, ਇਸ ਦੀ ਸਾਮਰਥ ਨੂੰ ਅਸੀਂ ਚੰਗੇ ਤਰੀਕੇ ਨਾਲ ਪੇਸ਼ ਕਰਨ ਵਾਲੇ ਹੋਏ, ਕਿਉਂਕਿ ਇਸ ਦੇ ਵਿੱਚ ਪ੍ਰਭੂ ਜੀ ਲੋਕਾਂ ਨੂੰ ਲੁਭਾਵਣੀ ਗੱਲਾਂ ਅਸੀਂ ਨਹੀਂ ਦੱਸ ਸਕਦੇ। ਅਸੀਂ ਤੁਹਾਡੇ ਵਚਨ ਦੀ ਖਰਾਈ ਨੂੰ ਦੱਸ ਸਕਦੇ ਹਾਂ ਕਿ ਮਾਰਗ, ਸੱਚਾਈ ਅਤੇ ਜੀਵਨ ਤੁਸੀਂ ਹੋ, ਤੁਹਾਡੇ ਬਿਨਾਂ ਕੋਈ ਵੀ ਸਵਰਗ ਨਹੀਂ ਜਾ ਸਕਦਾ। ਪਿਤਾ, ਅੱਜ ਦੇ ਵਚਨ ਦੇ ਅਨੁਸਾਰ ਸਾਨੂੰ ਆਸ਼ੀਸ਼ ਤੇ ਬਰਕਤ ਦਿਓ। ਯਿਸੂ ਨਾਸਰੀ ਜੀ ਦੇ ਨਾਂ 'ਚ ਇਸ ਪ੍ਰਾਰਥਨਾ ਨੂੰ ਮੰਗਦੇ ਹਾਂ, ਆਮੀਨ। ਸਾਰਿਆਂ ਨੂੰ ਜੈ ਮਸੀਹ ਦੀ। ਕੀ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ? ਹੁਣੇ ਸਾਨੂੰ ਇੱਕ ਮਿਸ ਕਾਲ ਦਿਓ ਤੇ ਤੁਸੀਂ ਅਗਲੇ ਜੇਤੂ ਹੋ ਸਕਦੇ ਹੋ।